ਸਤਿ ਸ਼੍ਰੀ ਅਕਾਲ ਸਟੂਡੈਂਟਸ, ਮੈਂ ਰੁਪਿੰਦਰ ਕੌਰ, ਲੈਕਚਰਰ ਕੈਮਿਸਟਰੀ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਲੁਧਿਆਣਾ। ਸੋ ਸਟੂਡੈਂਟਸ, ਆਪਾਂ ਫਿਊਲ ਚੈਪਟਰ ਡਿਸਕਸ ਕਰ ਰਹੇ ਸੀਗੇ। ਫਿਊਲ ਚੈਪਟਰ ਦਾ ਜਿਹੜਾ ਟੌਪਿਕ ਡਿਸਕਸ ਕਰ ਰਹੇ ਸੀ ਉਹ ਟੌਪਿਕ ਸੀ ਕਲਾਸੀਫਿਕੇਸ਼ਨ ਆਫ ਸੋਲਿਡ ਫਿਊਲਸ। ਸੋ ਕਲਾਸੀਫਿਕੇਸ਼ਨ ਆਫ ਸੋਲਿਡ ਫਿਊਲ ਦੇ ਵਿੱਚ ਲਾਸਟ ਟੌਪਿਕ ਦੇ ਵਿੱਚ ਮੈਂ ਸੋਲਿਡ ਫਿਊਲ ਵੁੱਡ ਬਾਰੇ ਡਿਸਕਸ ਕੀਤਾ ਸੀ। ਇਸ ਵਾਰੀ ਆਪਾਂ ਜਿਹੜੇ ਟੌਪਿਕ ਬਾਰੇ ਡਿਸਕਸ਼ਨ ਕਰਨੀ ਆ ਉਸ ਟੌਪਿਕ ਦਾ ਨਾਮ ਹੈ ਜੀ ਕੋਲ, ਰਾਈਟ। ਸੋ ਇਹਦੇ ਵਿੱਚ ਅਸੀਂ ਕੋਲ ਦੀ ਕਲਾਸੀਫਿਕੇਸ਼ਨ ਬਾਰੇ ਡਿਸਕਸ ਕਰਾਂਗੇ, ਕੋਲ ਦੇ ਐਨਾਲਿਸਿਸ ਬਾਰੇ ਡਿਸਕਸ ਕਰਾਂਗੇ, ਠੀਕ ਹੈ। ਸੋ ਕੋਲ ਜਿਹੜਾ ਹੈ ਉਹ ਕਿਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਕਲਾਸੀਫਾਈ ਕਰਦੇ ਹੋ, ਇਹ ਸਾਰੀਆਂ ਚੀਜ਼ਾਂ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸਟੂਡੈਂਟਸ। ਥੋੜਾ ਫੋਕਸ ਕਰ ਲੈਣ ਦਿਓ ਮੈਨੂੰ ਤਾਂ ਕਿ ਤੁਹਾਨੂੰ ਜਿਹੜੇ ਨੋਟਸ ਹੈ ਚੰਗੇ ਤਰੀਕੇ ਦੇ ਨਾਲ ਵਿਜ਼ੀਬਲ ਹੋਣ। ਸੋ ਐਫਰਟ ਇਹੋ ਰਹਿੰਦੀ ਹੈ ਕਿ ਤੁਹਾਡੇ ਵੱਲ ਪੂਰੇ ਦੇ ਪੂਰੇ ਨੋਟਸ ਜਿਹੜੇ ਆ ਉਹ ਪਾਸ ਹੋਣ। ਨਾਲ ਹੁਣ ਤੁਹਾਡੀ ਐਫਰਟ ਹੈ ਕਿ ਤੁਸੀਂ ਇਹਨਾਂ ਨੂੰ ਆਪਣੀ ਨੋਟਬੁੱਕ ਦੇ ਉੱਤੇ ਲਿਖਣਾ ਹੈ। ਸੋ ਸਟੂਡੈਂਟਸ, ਆਪਾਂ ਡਿਸਕਸ ਕਰ ਰਹੇ ਸੀ ਜੀ ਕੋਲ। ਸੋ ਕੋਲ ਕੀ ਹੈ ਜੀ? ਕੋਲ ਇਜ਼ ਅ ਬਲੈਕਿਸ਼ ਰੌਕ ਕੰਸਿਸਟਿੰਗ ਮੇਨਲੀ ਆਫ ਕਾਰਬਨ। ਕਾਲਾ ਜਿਹਾ ਰੌਕੀ ਮਟੀਰੀਅਲ ਹੈ, ਬੇਸਿਕ ਕੰਪੋਨੈਂਟ ਇਹਦਾ ਕਾਰਬਨ ਹੈ। ਇਟ ਇਜ਼ ਹਾਈਲੀ ਕਾਰਬੋਨੇਸ਼ੀਅਸ ਮੈਟਰ, ਬਹੁਤ ਹਾਇਰ ਪਰਸੈਂਟੇਜ ਇਹਦੇ ਵਿੱਚ ਕਾਰਬਨ ਦੀ ਹੁੰਦੀ ਹੈ। ਇਟ ਇਜ਼ ਅ ਫੋਸਿਲ ਫਿਊਲ। ਸੋ ਫੋਸਿਲ ਫਿਊਲ ਮਤਲਬ ਇਹ ਪਥਰਾਟ ਬਾਲਣ ਹੈ, ਫੋਸਿਲਸ ਤੋਂ ਹੀ ਬਣਿਆ ਹੈ। ਡੈਡ ਵੈਜੀਟੇਸ਼ਨ ਜਦੋਂ ਹਾਈ ਟੈਂਪਰੇਚਰ ਪ੍ਰੈਸ਼ਰ ਦੇ ਵਿੱਚ ਇਹਦੀ ਟਰਾਂਸਫੋਰਮੇਸ਼ਨ ਕੋਲ ਦੇ ਵਿੱਚ ਹੋਗੀ, ਰਾਈਟ। ਸੋ ਇਟ ਇਜ਼ ਪ੍ਰੋਡਿਊਸਡ ਫਰਮ ਦ ਵੈਜੀਟੇਬਲ ਡਿਬਰੀਜ਼ ਬuried under the earth due to high temperature and pressure over million of year. It basically ਮਿਲੀਅਨ ਆਫ ਈਅਰ, ਮਤਲਬ ਇਹ ਜਿਹੜੇ ਸਾਡੇ ਕੋਲ ਵੈਜੀਟੇਬਲ ਡਿਬਰੀਜ਼ ਹੁੰਦੀਆਂ, ਗਲੇ ਸੜੇ ਪਲਾਂਟੇਸ਼ਨਸ ਜਿਹੜੀਆਂ ਕਿ ਧਰਤੀ ਦੇ ਅੰਦਰ ਦੱਬੀਆਂ ਗਈਆਂ ਹਾਈ ਟੈਂਪਰੇਚਰ ਔਰ ਪ੍ਰੈਸ਼ਰ ਕਰਕੇ, ਅਲਟੀਮੇਟਲੀ ਮਿਲੀਅਨ ਈਅਰਸ ਦੇ ਵਿੱਚ ਇਹ ਇੱਕ ਬਲੈਕ ਕਲਰ ਦੇ ਰੋਕੀ ਮਟੀਰੀਅਲ ਦੇ ਵਿੱਚ ਚੇਂਜ ਹੋ ਗਈਆਂ, ਜਿਨ੍ਹਾਂ ਨੂੰ ਅਸੀਂ ਕੋਲ ਕਹਿੰਦੇ ਹਾਂ। ਬੇਸਿਕਲੀ ਕੋਲ ਜਿਹੜਾ ਹੈ ਉਹਦੇ 4 ਕੰਪੋਨੈਂਟ ਹੈ: ਕਾਰਬਨ, ਹਾਈਡਰੋਜਨ, ਨਾਈਟ੍ਰੋਜਨ ਐਂਡ ਆਕਸੀਜਨ, ਰਾਈਟ। ਦ ਟਰਾਂਸਫੋਰਮੇਸ਼ਨ ਆਫ ਵੈਜੀਟੇਬਲ ਡਿਬਰੀਜ਼ ਟੂ ਕੋਲ ਟੇਕ ਪਲੇਸ ਇਨ 2 ਸਟੇਜਸ। ਜਿਹੜੀ ਸਾਡੇ ਕੋਲ ਪਲਾਂਟ ਜਿਹੜੇ ਆ ਵੈਜੀਟੇਬਲ ਡਿਬਰੀਜ਼, ਪਲਾਂਟਸ ਦੇ ਵੇਸਟ ਮਟੀਰੀਅਲ ਹੈ, ਉਹ 2 ਫੇਸਿਸ ਦੇ ਵਿੱਚ ਕੋਲ ਦੇ ਵਿੱਚ ਚੇਂਜ ਹੁੰਦੇ ਆ। ਫਰਸਟ ਫੇਸ ਜਿਹੜਾ ਹੈ ਬਾਇਓਕੈਮੀਕਲ ਸਟੇਜ ਔਰ ਪੀਟ ਸਟੇਜ ਇਹਨੂੰ ਕਹਿੰਦੇ ਆ, right? During this, plant material is attacked by various microorganisms. ਇਸ ਫੇਸ ਦੇ ਵਿੱਚ ਕਿਉਂਕਿ ਵੈਜੀਟੇਬਲ ਮਟੀਰੀਅਲ ਹੈ, ਲਿਵਿੰਗ ਥਿੰਗ ਤੋਂ ਬਣਿਆ ਹੋਇਆ, ਪਹਿਲੇ ਨੰਬਰ ਤੇ ਇਹਦੀ ਡੀਕੰਪੋਜੀਸ਼ਨ ਹੋਊਗੀ। ਜਦੋਂ ਡੀਕੰਪੋਜੀਸ਼ਨ ਹੋਣੀ ਹੈ ਤੇ ਮਾਈਕਰੋ ਆਰਗੈਨਿਜ਼ਮ ਅਟੈਕ ਕਰਨਗੇ, ਰਾਈਟ। ਸੋ ਬੇਸਿਕਲੀ ਪਲਾਂਟ ਮਟੀਰੀਅਲ ਅਸੀਂ ਕਿਹਾ ਸੀਗਾ ਕਿ ਪਲਾਂਟ ਮਟੀਰੀਅਲ ਦਾ ਮੇਨ ਕੰਪੋਨੈਂਟ ਕਾਰਬੋਹਾਈਡਰੇਟ, ਸੈਲੂਲੋਜ਼ ਹੈ। ਜਦੋਂ ਮਾਈਕਰੋ ਆਰਗੈਨਿਜ਼ਮ ਇਹਦੇ ਤੇ ਅਟੈਕ ਕਰਨਗੇ, ਇਹਨੂੰ ਸਿੰਪਲ ਫਾਰਮ ਦੇ ਵਿੱਚ ਚੇਂਜ ਕਰ ਦੇਣਗੇ, ਜਿਹਨੂੰ ਅਸੀਂ ਪੀਟ ਕਹਿੰਦੇ ਹਾਂ, ਰਾਈਟ। ਸੈਕਿੰਡ ਸਟੇਜ ਹੈਗੀ ਹੈ ਕੈਮੀਕਲ ਸਟੇਜ ਔਰ ਮੈਟਾਮੋਰਫਿਜ਼ਮ। ਕੈਮੀਕਲ ਸਟੇਜ ਆਫ ਟਰਾਂਸਫੋਰਮੇਸ਼ਨ ਆਫ ਵੁੱਡ ਇਨਟੂ ਕੋਲ। ਇਹਦੇ ਵਿੱਚ ਇਨ ਦਿਸ ਸਟੇਜ ਦਾ ਪੀਟ ਡਿਪੋਜ਼ਿਟ ਅੰਡਰ ਸੈਡੀਮੈਂਟਰੀ ਡਿਪੋਜ਼ਿਟਸ। ਇਹਦੇ ਵਿੱਚ ਜਿਹੜਾ ਪੀਟ ਹੈ ਉਹਦੀ ਪੀਟ ਹੈ ਉਹਦੀ ਡੈਪੋਜੀਸ਼ਨ ਹੋ ਜਾਂਦੀ ਹੈ, ਲੇਅਰ ਬਾਈ ਲੇਅਰ ਇਹ ਦਾਬ ਦੇ ਵਿੱਚ ਆਉਂਦਾ ਹੈ। ਫਿਰ ਉਹਦੇ ਦੌਰਾਨ ਕਿਹੜੀਆਂ ਚੇਂਜਸ ਆਉਂਦੀਆਂ, ਇਹ ਬੜੇ ਧਿਆਨ ਦੇ ਨਾਲ ਸੁਣਨੀ ਹੈ, ਇਹ ਗੱਲ ਬੜੀ ਇੰਪੋਰਟੈਂਟ ਪੁਆਇੰਟ ਹੈ ਇਹ। ਜਿਹੜੀ ਸੈਕਿੰਡ ਸਟੇਜ ਜਿਹਨੂੰ ਅਸੀਂ ਕੈਮੀਕਲ ਸਟੇਜ ਕਿਹਾ ਹੈ, ਪਹਿਲੇ ਨੰਬਰ ਤੇ ਪੀਟ ਜਿਹੜਾ ਹੈ ਸੈਡੀਮੈਂਟਰੀ ਰੌਕਸ ਜਾਂ ਸੈਡੀਮੈਂਟ ਦੀ ਫਾਰਮ ਦੇ ਵਿੱਚ ਡਿਪੋਜ਼ਿਟ ਹੋਣਾ ਸ਼ੁਰੂ ਹੋ ਜਾਂਦਾ। ਲੂਜ਼ ਮੋਇਸਚਰ ਐਂਡ ਵੋਲੇਟਾਈਲ ਮੈਟਰ ਅੰਡਰ ਦ ਇਫੈਕਟ ਆਫ ਹਾਈ ਟੈਂਪਰੇਚਰ ਐਂਡ ਪ੍ਰੈਸ਼ਰ। ਜਦੋਂ ਹਾਈ ਟੈਂਪਰੇਚਰ ਪ੍ਰੈਸ਼ਰ ਦੇ ਉੱਤੇ ਇਹ ਵੈਜੀਟੇਬਲ ਮਟੀਰੀਅਲ ਦਾਬ ਦੇ ਵਿੱਚ ਆਉਂਦਾ ਹੈ, ਆਪਣੀ ਨਮੀ ਵੀ ਖੋਣੀ ਸ਼ੁਰੂ ਕਰਦਾ ਹੈ, ਤੇ ਜਿਹੜੀਆਂ ਵੋਲੇਟਾਈਲ ਮੈਟਰਸ ਹੈ, ਜਿਹੜੀਆਂ ਭਾਫਾਂ ਬਣ ਕੇ ਉੱਡਦੀਆਂ, ਉਹ ਸਾਰੀਆਂ ਇਹਦੇ ਚੋਂ ਅਵੈਪੋਰੇਟ ਹੁੰਦੀਆਂ ਰਹਿੰਦੀਆਂ। ਪੀਟ ਗੈਟ ਇਨਰਿਚ ਇਨ ਕਾਰਬਨ। ਜਿਵੇਂ ਪੀਟ ਜਿਹੜਾ ਹੈ ਪੁਰਾਣਾ ਹੁੰਦਾ ਜਾਂਦਾ ਹੈ ਤਾਂ ਇਹਦੇ ਵਿੱਚ ਕਾਰਬਨ ਦੀ ਪਰਸੈਂਟੇਜ ਵੱਧਦੀ ਜਾਂਦੀ ਹੈ। ਆਕਸੀਜਨ ਕੰਟੈਂਟ ਡਿਕਰੀਜ਼ਸ, ਆਕਸੀਜਨ ਦੀ ਮਾਤਰਾ ਘਟਦੀ ਜਾਂਦੀ ਹੈ। ਤਾਂ 3 ਪੁਆਇੰਟ ਦਿੱਤੇ ਹੋਏ ਆ ਮੈਂ। ਕਾਰਬਨ ਵੱਧਦਾ ਹੈ, ਹਾਈਡਰੋਜਨ ਮੋਇਸਚਰ ਇਹਦੇ ਵਿੱਚ ਘਟਦਾ ਹੈ, ਤੇ ਹਾਈਡਰੋਜਨ, ਨਾਈਟ੍ਰੋਜਨ ਤੇ ਆਕਸੀਜਨ ਦੀ ਪਰਸੈਂਟੇਜ ਘਟਦੀ ਹੈ। ਪੀਟ
पहले नंबर ते लिग्नाइट दे विच चेंज हुंदा, फिर बिटुमिनस दे विच, फिर एंथ्रासाइट। लास्ट जिहड़ी ट्रांसफॉर्मेशन स्टेज है कोल दी ਉਹ ਚੌਥੀ ਐਂਥਰਾਸਾਈਟ। ਤਾਂ ਆਪਾਂ ਇਹਦੇ ਵਿੱਚ ਕੋਲ ਦੀ ਕਲਾਸੀਫਿਕੇਸ਼ਨ ਪੜਾਂਗੇ ਜਿਹਦੇ ਵਿੱਚ ਅਸੀਂ ਪੀਟ ਤੋਂ ਲੈ ਕੇ ਐਂਥਰਾਸਾਈਟ ਤੱਕ ਜਿੰਨੀਆਂ ਵੀ ਕੋਲ ਦੀਆਂ ਫਾਰਮਸ ਹੈ ਉਹਨਾਂ ਦੇ ਬਾਰੇ ਬਰੀਫ ਦੇ ਵਿੱਚ ਡਿਸਕਸ ਕਰਾਂਗੇ। ਸੋ ਸਟੂਡੈਂਟਸ ਜਿਹੜਾ ਇਹਨਾਂ ਚੀਜ਼ਾਂ ਨੂੰ ਸਮਝਾਉਣ ਵਾਸਤੇ ਮੈਂ ਇੱਕ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਲਿਖਿਆ ਹੈ ਤੇ ਐਟ ਦ ਸੇਮ ਟਾਈਮ ਇਹਨਾਂ ਦਾ ਕੰਪੈਰੀਜ਼ਨ ਵੀ ਹੋ ਜਾਂਦਾ ਹੈ ਔਰ ਇਹ ਯਾਦ ਕਰਨੀਆਂ ਵੀ ਸੌਖੀਆਂ ਹੈ, ਰਾਈਟ। ਸੋ ਆਪਾਂ ਜਿਹੜੀ ਪਹਿਲੀ ਟਰਾਂਸਫਾਰਮੇਸ਼ਨ ਸਟੇਜ ਹੁਣ ਆਪਾਂ ਪੜ੍ਹਨ ਲੱਗੇ ਹਾਂ, ਸੋ ਮੈਂ ਇਹਨੂੰ ਫੋਕਸ ਕਰਦਾ ਥੋੜਾ ਜਿਹਾ, ਦੈਟ ਇਜ਼ ਦਾ ਪੀਟ। ਸੋ ਇਹਨੂੰ ਆਪਾਂ ਰੱਬ ਕਰ ਦਈਏ ਕਿਉਂਕਿ ਮੈਂ ਦੱਸਿਆ ਸੀਗਾ ਕਿ ਮੈਂ ਜਿਹੜਾ ਵੀ ਸੋਲਿਡ ਫਿਊਲ ਡਿਸਕਸ ਕਰੂੰਗੀ ਉਹਦੇ ਬਾਰੇ ਕੀ ਚੀਜ਼ਾਂ ਡਿਸਕਸ ਕਰਨੀਆਂ ਉਹ ਮੈਂ ਨਾਲ ਦੀ ਨਾਲ ਦੱਸਿਆ ਕਿ ਡੈਫੀਨੇਸ਼ਨ, ਫਿਰ ਦੂਸਰੇ ਨੰਬਰ ਤੇ ਉਹਦੀ ਪਰਸੈਂਟੇਜ ਕੰਪੋਜੀਸ਼ਨ, ਫਿਰ ਪ੍ਰੋਪਰਟੀਜ਼ ਐਂਡ ਦੈਨ ਯੂਜ਼ਸ। ਸੋ ਹੁਣ ਮੈਂ ਫੋਕਸ ਕਰ ਰਹੀ ਹਾਂ ਜਿਹੜਾ ਫਿਊਲ ਜਿਹੜਾ ਆਪਾਂ ਫਾਰਮ ਡਿਸਕਸ ਕਰਨ ਲੱਗੇ ਹਾਂ, ਦੈਟ ਇਜ਼ ਦਾ ਪੀਟ। ਪੀਟ it is the first stage of transformation of wood into coal। ਜਿਵੇਂ ਮੈਂ ਲਿਖਿਆ ਇੱਦਾਂ ਲਿਖ ਲਿਓ, ਬਹੁਤ ਸੌਖੇ ਤਰੀਕੇ ਦੇ ਨਾਲ ਲਿਖਿਆ ਹੈ ਮੈਂ ਔਰ ਯਾਦ ਕਰਨਾ ਵੀ ਬਹੁਤ ਸੌਖਾ ਹੈ। ਪੀਟ ਜਿਹੜਾ ਹੈ ਜਿਹੜਾ ਸਾਡੇ ਕੋਲ ਲੱਕੜੀ ਤੋਂ ਕੋਲੇ ਤੱਕ ਦੀ ਟਰਾਂਸਫਰਮੇਸ਼ਨ ਹੋਣ ਦਾ ਪਹਿਲਾ ਫੇਸ ਹੈ। ਪੀਟ ਇਜ਼ ਬਰਾਊਨ ਕਲਰਡ ਜੈਲੀ ਲਾਈਕ ਮਾਸ, ਬਰਾਊਨ ਕਲਰ ਦਾ ਜੈਲੀ ਵਰਗਾ ਮਾਸ ਹੈ। A fresh sample has 90% moisture। ਜੇ ਪੀਟ ਦਾ ਬਿਲਕੁਲ ਫਰੈਸ਼ ਸੈਂਪਲ ਲਈਏ ਇਹਦੇ 'ਚ 90% ਹਿੱਸਾ ਪਾਣੀ ਦਾ ਹੁੰਦਾ ਹੈ, ਲੇਕਿਨ ਜੇ ਅਸੀਂ ਇਹਨੂੰ 에ਅਰ ਡਰਾਈਡ ਕਰ ਲੈਂਦੇ ਹਾਂ, 에ਅਰ ਡਰਾਈਡ ਕਰਨ 'ਤੇ ਇਹਦੇ 'ਚ 10% ਜਿਹੜਾ ਪਾਣੀ ਬਚ ਜਾਂਦਾ ਹੈ। ਔਰ ਅਗਲੀ ਆ ਗਈ ਸਾਡੇ ਕੋਲ ਪਰਸੈਂਟੇਜ ਕੰਪੋਜੀਸ਼ਨ। ਕਾਰਬਨ 57%, ਜਦਕਿ ਲੱਕੜੀ ਦੇ ਵਿੱਚ 50% ਕਾਰਬਨ ਸੀਗਾ, ਲੇਕਿਨ ਇਹਦੇ 'ਚ ਵੱਧ ਕੇ ਕਾਰਬਨ ਦੀ ਪਰਸੈਂਟੇਜ 50 ਤੋਂ 57 ਹੋ ਗਈ ਹੈ। ਆਕਸੀਜਨ 35, ਉਹਦੇ 'ਚ 45 ਸੀ। ਹਾਈਡਰੋਜਨ 5%, ਨਾਈਟ੍ਰੋਜਨ 2% ਐਂਡ ਐਸ਼ੀਅਸ 2.5 to 6%, ਰਾਈਟ। ਇਹਦੇ 'ਚੋਂ ਜਿਹੜੀ ਚੀਜ਼ ਦੀ ਤੁਸੀਂ ਬੇਸਿਕਲੀ ਪਰਸੈਂਟੇਜ ਯਾਦ ਰੱਖਣੀ ਹੈ ਉਹ ਕਾਰਬਨ ਦੀ ਯਾਦ ਰੱਖਣੀ ਹੈ, ਰਾਈਟ। ਇਸ ਤੋਂ ਬਾਅਦ ਆ ਗਈ ਜੀ ਸਾਡੇ ਕੋਲ ਪ੍ਰੋਪਰਟੀਜ਼ ਦੇ ਬਾਰੇ ਗੱਲ ਕਰੀਏ। ਇਟਸ ਪ੍ਰੋਪਰਟੀ ਦੇ ਵਿੱਚ ਜਿਹੜੀ ਚੀਜ਼ ਤੇ ਤੁਸੀਂ ਬੇਸਿਕਲੀ ਧਿਆਨ ਦੇਣਾ ਉਹ ਕਲੋਰੀਫਿਕ ਵੈਲਿਊ ਤੇ। ਜੇ ਇਹ ਪੀਟ ਦੀ ਕਲੋਰੀਫਿਕ ਵੈਲਿਊ ਲੱਕੜੀ ਦੀ ਕਲੋਰੀਫਿਕ ਵੈਲਿਊ ਨਾਲੋਂ ਇਨਕਰੀਜ਼ ਹੋ ਗਿਆ, ਇਟ ਇਜ਼ 4500 to 5400 ਕਿਲੋ ਕੈਲੋਰੀ ਪਰ ਕਿਲੋਗ੍ਰਾਮ ਹੈ, ਰਾਈਟ। ਇਟ ਗੈਟ ਪਾਊਡਰ ਡਿਊਰਿੰਗ ਦਾ ਬਰਨਿੰਗ, ਔਰ ਜਦੋਂ ਅਸੀਂ ਇਹਨੂੰ ਜਲਾਉਂਦੇ ਹਾਂ ਤਾਂ ਪਾਊਡਰ ਫਾਰਮ ਦੇ ਵਿੱਚ ਚੇਂਜ ਹੋ ਜਾਂਦਾ ਹੈ। ਡਿਊ ਟੂ ਐਕਸੈਸ ਮੋਇਸਚਰ ਇਟ ਇਜ਼ ਵੈਰੀ ਅਨਇਕਨੋਮਿਕਲ ਫਿਊਲ, ਕਿਉਂਕਿ ਇਹਦੇ 'ਚ ਕਾਫੀ ਜ਼ਿਆਦਾ ਮੋਇਸਚਰ ਹੈ। ਅਸੀਂ ਕਿ 90% ਮੋਇਸਚਰ ਹੈ। ਜੇ ਤੁਸੀਂ ਇੱਦਾਂ ਦਾ ਕੋਲਾ ਖਰੀਦੋਗੇ ਪੈਸੇ ਜ਼ਿਆਦਾ ਦੇਣੇ ਪੈਣਗੇ, ਥੋੜ੍ਹੀ ਦੇਰ ਬਾਅਦ ਮੋਇਸਚਰ ਤਾਂ ਉੱਡ ਜਾਣਾ ਅਤੇ ਸਾਡੇ ਕੋਲ ਕੋਲੇ ਦੀ ਕੁਆਂਟਿਟੀ ਘੱਟ ਬਚਣੀ ਆ। ਇਸ ਕਰਕੇ ਇਕਨੋਮਿਕਲੀ ਇਹ ਕੋਲ ਦੀ ਜਿਹੜੀ ਫਾਰਮ ਹੈ ਉਹ ਵਧੀਆ ਫਾਰਮ ਨਹੀਂ ਹੈਗੀ। ਡਰਾਈਡ ਪੀਟ ਇਜ਼ ਯੂਜ਼ਡ ਐਜ਼ ਅ ਫਿਊਲ ਫॉर ਡੋਮੈਸਟਿਕ ਪਰਪਸ। ਡਰਾਈ ਕੀਤਾ ਹੋਇਆ ਪੀਟ ਲੋਕੀ ਆਪਣੇ ਘਰਾਂ ਦੇ ਵਿੱਚ ਫਿਊਲ ਦੇ ਤੌਰ 'ਤੇ ਯੂਜ਼ ਕਰਦੇ ਸੀਗੇ, ਲੇਕਿਨ ਇਹਨੂੰ ਇੰਡਸਟਰੀਅਲ ਪਰਪਸ ਵਾਸਤੇ ਨਹੀਂ ਯੂਜ਼ ਕਰ ਸਕਦੇ। ਅਸੀਂ ਪਹਿਲਾਂ ਹੀ ਗੱਲ ਕਹੀ ਹੈ ਕਿ ਇਟ ਇਜ਼ ਅਨਇਕਨੋਮਿਕਲ ਫਿਊਲ, ਮਤਲਬ ਸਸਤਾ ਨਹੀਂ ਪੈਂਦਾ, ਮਹਿੰਗਾ ਪੈਂਦਾ ਸਾਨੂੰ, ਰਾਈਟ। ਇਸ ਤੋਂ ਬਾਅਦ ਅਗਲਾ ਜਿਹੜਾ ਆਪਾਂ ਫਿਊਲ ਡਿਸਕਸ ਕਰਨਾ ਹੈ, ਦੈਟ ਫਿਊਲ ਇਜ਼ ਲਿਗਨਾਈਟ, ਰਾਈਟ। ਲਿਗਨਾਈਟ ਜਿਹੜਾ ਹੈ ਸੈਕਿੰਡ ਫੇਸ ਆਫ ਟਰਾਂਸਫੋਰਮੇਸ਼ਨ ਹੈ, ਦੈਟ ਇਜ਼ ਲਿਗਨਾਈਟ। ਇਟ ਇਜ਼ ਦ ਸੈਕਿੰਡ ਸਟੇਜ ਆਫ ਟਰਾਂਸਫੋਰਮੇਸ਼ਨ ਆਫ ਵੁੱਡ ਇਨਟੂ ਕੋਲ, ਠੀਕ ਹੈ। ਲੱਕੜੀ ਦਾ ਕੋਲੇ ਦੇ ਵਿੱਚ ਚੇਂਜ ਹੋਣ ਦਾ ਦੂਸਰਾ ਫੇਸ ਹੈ ਇਹ। It is the second stage of transformation of wood into coal. It can be categorized as brown coal or black coal. ਦੋ ਕੈਟਾਗਰੀ ਦੇ ਵਿੱਚ ਅਸੀਂ ਇਹਨੂੰ ਡਿਵਾਈਡ ਕਰ ਸਕਦੇ ਹਾਂ, brown coal ਤੇ black coal. In black coal, carbon content is higher than the brown coal. So, ਅਲਟੀਮੇਟ ਜਿਹੜੀ ਚੀਜ਼ ਜ਼ਿਆਦਾ ਕਾਲੀ ਹੈ ਨੈਚੁਰਲੀ ਉਹਦੇ 'ਚ ਕਾਰਬਨ ਦੀ ਪਰਸੈਂਟੇਜ ਜ਼ਿਆਦਾ ਹੋਊਗੀ। ਹੁਣ ਇਸ ਫਾਰਮ ਦੇ ਵਿੱਚ ਕਾਰਬਨ ਦੀ ਪਰਸੈਂਟੇਜ 57% ਨਾਲੋਂ ਵੱਧ ਕੇ 60 to 70% ਹੋ ਗਈ ਆ। ਆਕਸੀਜਨ 35 ਨਾਲੋਂ ਘੱਟ ਕੇ 15 to 20% ਹੋ ਗਈ। ਹਾਈਡਰੋਜਨ ਫਿਰ ਉੱਦਾਂ ਹੀ 5% ਹੀ ਰਹੀ ਆ। ਨਾਈਟ੍ਰੋਜਨ 2% ਤੋਂ ਘੱਟ ਕੇ 1.5% ਹੋ ਗਈ। ਐਸ਼ਸ ਜਿਹੜੀਆਂ 2.5 ਤੋਂ 6 ਸੀਗੀਆਂ 4% ਰਹਿ ਗਈਆਂ। ਸੋ ਇਸ ਦੇ ਵਿੱਚ ਕਾਰਬਨ ਦੀ ਜਿਹੜੀ ਪਰਸੈਂਟੇਜ ਵਧੀ ਆ, ਇਸ ਕਰਕੇ ਦੀ ਕਲੋਰੀਫਿਕ ਵੈਲਿਊ ਵੀ ਇਨਕਰੀਜ਼ ਹੋਈ ਹੋਊਗੀ। ਮੋਇਸਚਰ
ਮੋਇਸਚਰ ਜੇ ਫਰੈਸ਼ ਹੈ ਤਾਂ ਸਾਡੇ ਕੋਲ ਲਿਗਨਾਈਟ 60% ਹੈ, ਲੇਕਿਨ ਜੇ 에ਅਰ ਡਰਾਈਡ ਹੈ ਤਾਂ 15 to 20% ਹੈ। ਸੋ ਜਿਸ ਤਰੀਕੇ ਨਾਲ ਮੈਂ ਇਹ ਲਿਖੇ ਹੋਏ ਆ, ਸੋ ਉਸ ਤਰੀਕੇ ਨਾਲ ਯਾਦ ਕਰਨੇ ਬਹੁਤ ਜ਼ਿਆਦਾ ਸੌਖੇ ਹੈ ਇਹ। ਦੈਨ ਪ੍ਰੋਪਰਟੀਜ਼, ਇਟਸ ਕਲੋਰੀਫਿਕ ਵੈਲਿਊ ਇਜ਼ 6500 to 7100 ਕਿਲੋ ਕਲੋਰੀ ਪਰ ਕਿਲੋਗ੍ਰਾਮ ਹੈ, ਰਾਈਟ। ਇਹਦੀ ਸੀਗੀ 4500 to 5400 ਕਿਲੋ ਕਲੋਰੀ ਪਰ ਕਿਲੋਗ੍ਰਾਮ, ਇਹਦੀ 6500 ਤੋਂ 7100। ਇਟ ਬਰਨਸ ਵਿਦ ਲੌਂਗ ਸਮੋਕੀ ਫਲੇਮ, ਲੌਂਗ ਸਮੋਕੀ ਫਲੇਮ ਨਾਲ ਚੱਲਦਾ ਇਹ। ਤੇ ਯੂਜ਼ਸ ਕੀ ਹੈ, ਇਟ ਇਜ਼ ਯੂਜ਼ਡ ਐਜ਼ ਹਾਊਸ ਹੋਲਡ ਫਿਊਲ, ਇਟ ਇਜ਼ ਯੂਜ਼ਡ ਐਜ਼ ਅ ਫਿਊਲ ਇਨ ਪਾਵਰ ਪਲਾਂਟ, ਇਟ ਇਜ਼ ਯੂਜ਼ਡ ਐਜ਼ ਪ੍ਰੋਡਕਸ਼ਨ ਆਫ ਪ੍ਰੋਡਿਊਸਰ ਗੈਸ। ਸੋ ਇਸ ਲੈਕਚਰ ਦੇ ਵਿੱਚ ਮੈਂ ਦੋ ਮਤਲਬ ਕੋਲੇ ਦੀਆਂ ਜਿਹੜੀਆਂ ਫਾਰਮ ਹੈ ਉਹ ਡਿਸਕਸ ਕੀਤੀਆਂ, ਵਨ ਇਜ਼ ਪੀਟ ਐਂਡ ਲਿਗਨਾਈਟ। ਅਗਲੀਆਂ ਜਿਹੜੀਆਂ ਦੋ ਫਾਰਮ ਹੈ ਮੈਂ ਆਪਣੇ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰੂੰਗੀ। ਥੈਂਕ ਯੂ ਵੈਰੀ ਮਚ ਸਟੂਡੈਂਟਸ।